ਸਤਿ ਸ਼੍ਰੀ ਅਕਾਲ ਜੀ। ਸਕਾਈ ਨਿਊਜ਼ ਪੰਜਾਬ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਦਾ ਕਿ ਰਿਹਾਈ ਦਾ ਮੁੱਦਾ ਇਸ ਵਕਤ ਪੰਜਾਬ ਦੀਆਂ ਚੋਣਾਂ ਵਿੱਚ ਵੀ ਪੂਰੀ ਤਰ੍ਹਾਂ ਛਾਇਆ ਰਿਹਾ ਹੈ, ਉਹਨਾਂ ਦੀ ਰਿਹਾਈ ਨੂੰ ਲੈ ਕੇ, ਯਾਨੀ ਕਿ ਮੁਕੰਮਲ ਰਿਹਾਈ ਨੂੰ ਲੈ ਕੇ ਇੱਕ ਵੱਡੀ ਆਸ ਜਾਗੀ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਹੇ ਤੇ ਇਸ ਵਕਤ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਜੋਂ ਵਿਚਰ ਰਹੇ ਸਰਦਾਰ ਮਨਜਿੰਦਰ ਸਿੰਘ ਸਿਰਸਾ ਇਸ ਵਕਤ ਸਕਾਈ ਨਿਊਜ਼ ਨਾਲ ਜੁੜੇ ਹੋਏ ਨੇ। ਸਿਰਸਾ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਰ ਅਪਡੇਟ ਹੈ ਜੀ ਭੁੱਲਰ ਸਾਹਿਬ ਦੇ ਮਾਮਲੇ 'ਚ? ਸਰ ਦਵਿੰਦਰਪਾਲ ਸਿੰਘ ਭੁੱਲਰ, ਜਿਨ੍ਹਾਂ ਅਕਤੂਬਰ 2019 ਚ ਰਿਹਾ ਹੋਣਾ ਸੀਗਾ, ਕੇਂਦਰ ਸਰਕਾਰ ਨੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ 550 ਸਾਲਾ ਪ੍ਰਕਾਸ਼ ਗੁਰਮੁਖ ਰੱਖਦੇ ਹੋਏ ਸੰਵਿਧਾਨ ਦੀ ਧਾਰਾ 72 ਆਰਟੀਕਲ 72 ਦੇ ਤਹਿਤ ਇਹਨਾਂ ਨੂੰ ਉੱਥੋਂ ਰਿਹਾ ਕੀਤਾ ਸੀਗਾ। ਉਸ ਤੋਂ ਬਾਅਦ ਜਿਸ ਸਟੇਟ ਗਵਰਨਮੈਂਟ ਦੀ ਜੇਲ੍ਹ 'ਚ ਨੇ, ਉਹਨਾਂ ਨੇ ਰਿਹਾ ਕਰਨਾ ਸੀ। ਉਹਨਾਂ ਨੇ ਆਪਣੇ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਦੇ ਅੰਦਰ ਦਵਿੰਦਰਪਾਲ ਸਿੰਘ ਭੁੱਲਰ ਜੀ ਨੂੰ ਇਹ ਕਹਿ ਕੇ ਰਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਦਵਿੰਦਰਪਾਲ ਸਿੰਘ ਭੁੱਲਰ ਇੱਕ ਖਤਰਨਾਕ ਅੱਤਵਾਦੀ ਆ, ਪਰ ਇਹਦੇ ਬਾਹਰ ਜਾਣ ਦੇ ਨਾਲ ਦੇਸ਼ ਦਾ ਮਾਹੌਲ ਵਿਗੜ ਸਕਦਾ ਹੈ ਔਰ ਨੁਕਸਾਨ ਹੋ ਸਕਦਾ ਹੈ। ਪਰ ਇਹ ਕਹਿ ਕੇ ਉਹਨਾਂ ਨੇ ਇਸ ਨੂੰ ਸੈਂਟੈਂਸ ਰਿਵਿਊ ਬੋਰਡ ਨੇ ਇਹਨਾਂ ਦੀ ਰਿਹਾਈ ਨੂੰ ਰਿਹਾ ਕਰਨ ਤੋਂ ਮਨਾ ਕਰ ਦਿੱਤਾ ਜੀ। ਪੰਜਾਬ ਦੇ ਚੁਣਾਵ ਦੇ ਭੁਪਿੰਦਰ ਸਾਹਿਬ ਕਿਸ ਤਰੀਕੇ ਇਹ ਮੁੱਦਾ ਬਣਿਆ, ਬਹੁਤ ਵੱਡਾ ਮੁੱਦਾ ਭਖਿਆ ਔਰ ਇਹ ਉਹ ਸਾਰੇ ਕਾਗਜ਼ ਬਾਹਰ ਆ ਗਏ, ਜਨਤਕ ਹੋ ਗਏ, ਜਿਨ੍ਹਾਂ ਦੇ ਉੱਤੇ ਕੇਜਰੀਵਾਲ ਜੀ ਦੀ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਸੀ। ਫਿਰ ਕੇਜਰੀਵਾਲ ਜੀ ਨੂੰ ਮਜਬੂਰ ਹੋਣਾ ਪਿਆ ਔਰ ਇਹ ਬਿਆਨ ਦੇਣਾ ਪਿਆ ਕਿ ਮੈਂ ਇਸ ਦੇ ਉੱਤੇ ਦੁਬਾਰਾ ਮੀਟਿੰਗ ਬੁਲਾਊਂਗਾ। ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਛੇਤੀ ਦੁਬਾਰਾ ਬੁਲਾਈ ਜਾਏਗੀ। ਹੁਣ ਸੈਂਟੈਂਸ ਰਿਵਿਊ ਬੋਰਡ ਦੀ ਮੀਟਿੰਗ ਜਿਹੜੀ ਕਿ ਅੱਜ 2 ਤਰੀਕ ਨੂੰ ਹੋਣ ਜਾ ਰਹੀ ਆ ਜੀ, ਅੱਜ ਸ਼ਾਮ ਨੂੰ ਥੋੜ੍ਹੀ ਦੇਰ 'ਚ ਮੀਟਿੰਗ ਸ਼ੁਰੂ ਹੋਊਗੀ। ਇਹਦੇ ਅੰਦਰ ਵੱਡਾ ਜਿਹੜਾ ਨਾਮ ਆ ਉਹ ਸਰਦਾਰ ਦਵਿੰਦਰਪਾਲ ਸਿੰਘ ਭੁੱਲਰ ਜੀ ਦਾ ਨਾਮ ਤੇ ਹੋਰ ਵੀ ਨੇ, ਲੇਕਿਨ ਸਿੱਖ ਕੈਦੀ ਨਹੀਂ ਉਹਦੇ ਅੰਦਰ ਜੀ। ਸੋ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਰਹੂਗੀ ਔਰ ਹੁਣ ਇਹ ਹਰ ਸੂਰਤ ਅੰਦਰ ਮੈਨੂੰ ਯਕੀਨ ਆ ਕਿ ਗੁਰੂ ਸਾਹਿਬ ਦੇ ਤਰਸ ਸਦਕੇ ਅੱਜ ਰਿਹਾ ਹੋਣ ਦਾ ਆਰਡਰ ਜਿਹੜਾ ਉਹਨਾਂ ਦਾ ਹੋ ਜਾਊਗਾ। ਭੁੱਲਰ ਸਾਹਿਬ, ਕੀ ਕਾਰਨ ਮੰਨਦੇ ਹੋ? ਹਾਲਾਂਕਿ ਬਤੌਰ ਇੱਕ ਜਰਨਲਿਸਟ ਅਸੀਂ ਵੀ ਸਮਝ ਸਕਦੇ ਹਾਂ ਕਿ ਪੰਜਾਬ 'ਚ ਜਿੰਨਾ ਕੁ ਮੋਮੈਂਟਮ ਇਸ ਵਾਰ ਬਣਿਆ ਸੀ ਚੋਣਾਂ ਦੌਰਾਨ ਸਾਰੀਆਂ ਪਾਰਟੀਆਂ ਵੱਲੋਂ ਕਿ ਦਿੱਲੀ ਸਰਕਾਰ ਜਿਹੜੀ ਅਰਵਿੰਦ ਕੇਜਰੀਵਾਲ ਜੀ ਦੇ ਮੁੱਖ ਮੰਤਰੀ ਨੇ ਉਹ ਰਿਹਾ ਕਰਨ ਪੰਜਾਬ ਚੋਣਾਂ ਤੋਂ ਪਹਿਲਾਂ, ਪਰ ਉਹਨਾਂ ਨੇ ਨਹੀਂ ਕੀਤਾ। ਸ਼ਾਇਦ ਉਹਨਾਂ ਨੂੰ ਲੱਗਦਾ ਸੀ ਕਿ ਉਹ ਦੁਬਾਰਾ ਕੋਈ ਇਸ ਤਰ੍ਹਾਂ ਦਾ ਪੱਤਾ ਨਾ ਖੇਡ ਬੈਠਣ ਕਿ ਹਿੰਦੂ ਵੋਟ ਬੈਂਕ ਉਹਨਾਂ ਤੋਂ ਖਿਸਕ ਜਾਏ। ਇਹ ਸਿਆਸੀ ਸੋਚ ਸ਼ਾਇਦ ਕੇਜਰੀਵਾਲ ਸਾਹਿਬ ਨੇ ਰੱਖੀ ਸੀ ਇਸ ਵਾਰ। ਕੀ ਲੱਗਦਾ ਹੈ ਕਿ ਇਹ ਇਸ ਤਰ੍ਹਾਂ ਦੀ ਸਿਆਸਤ ਹੋਈ ਹੈ? ਨਹੀਂ, ਦੇਖੋ, ਤੁਸੀਂ ਵੀ ਜਾਣਦੇ, ਅਸੀਂ ਵੀ ਜਾਣਦੇ, ਸਾਰੇ ਜਾਣਦੇ, ਇਹੀ ਸਿਆਸਤ ਹੋਈ ਆ ਜੀ। ਇਹੀ ਸਿਆਸਤ ਹੋਈ ਆ ਕਿਉਂਕਿ ਦੇਖੋ, ਪਹਿਲੀ ਗੱਲ ਆ ਕਿ ਇਹ ਜੇਕਰ ਇਹ ਸਿਆਸਤ ਤੋਂ ਪ੍ਰੇਰਿਤ ਨਹੀਂ ਹੁੰਦਾ ਤੇ ਉਹ ਪਹਿਲਾਂ ਹੀ ਛੱਡ ਦਿੰਦੇ। ਉਹਨਾਂ ਨੂੰ ਜਦੋਂ 2019 ਚ ਕੇਂਦਰ ਸਰਕਾਰ ਨੇ ਛੱਡਿਆ ਸੀ, ਉਹਨਾਂ ਨੂੰ ਛੱਡ ਦੇਣਾ ਚਾਹੀਦਾ ਸੀਗਾ। ਤੇ ਇੱਕ ਗੱਲ ਤੇ ਜ਼ਰੂਰ ਹੈਗੀ ਆ, ਦੇਖੋ ਅੱਜ ਤੇ ਸਿਆਸਤ ਇਲੈਕਸ਼ਨਾਂ ਲੰਘ ਗਈਆਂ, ਹੁਣ ਵੋਟਾਂ ਪੈਣੀਆਂ ਨਹੀਂ, ਪਰ ਮੈਂ ਅੱਜ ਤੁਹਾਨੂੰ ਇਹ ਜ਼ਰੂਰ ਕਹਿਣਾ ਚਾਹੁੰਦਾ ਹੈ ਜੀ, ਤੁਹਾਨੂੰ ਅਗਰ ਯਾਦ ਹੋਵੇ ਜੀ, ਇੱਕ ਬਹੁਤ ਵੱਡਾ ਮੁੱਦਾ, ਮੈਂ ਬਿਨਾਂ ਨਾਮ ਲਏ ਔਰ ਬਿਨਾਂ ਮੈਂ ਗੱਲ ਕਹੀ, ਤੁਸੀਂ ਪੰਜਾਬ ਨੂੰ ਬਿਹਤਰ ਸਮਝਦੇ ਜੇ ਜੀ, ਹਮੇਸ਼ਾ ਤੋਂ ਇੱਕ ਬਹੁਤ ਵੱਡਾ ਇਸ਼ੂ ਰਿਹਾ ਪੰਜਾਬ ਦਾ, ਉਹ ਰਿਹਾ ਹੈ ਆਰੀਆ ਸਮਾਜ ਜੀ ਦਾ ਔਰ ਇੱਕ ਸਿੱਖਾਂ ਦਾ ਇੱਕ ਇਸ਼ੂ ਰਿਹਾ ਹੈ ਜੀ। ਉਹ ਇੱਕ ਸੋਚ ਆ ਜਿਹੜੀ ਅਲੱਗ ਤਰੀਕੇ ਨਾਲ ਕੰਮ ਕਰਦੀ ਰਹੀ ਆ ਜੀ। ਨਿਰੰਤਰ ਤੌਰ ਦੇ ਉੱਤੇ ਜਿਹੜੇ ਲੋਕ ਵਿਰੋਧ ਕਰਦੇ ਰਹੇ ਨੇ ਇਸ ਚੀਜ਼ ਨੂੰ ਲੈ ਕੇ, ਉਹ ਸੋਚਦੇ ਹੀ ਅਰਵਿੰਦ ਕੇਜਰੀਵਾਲ ਹਮੇਸ਼ਾ ਤੋਂ ਸਾਨੀ ਰਹੇ ਨੇ। ਮੈਂ ਤੁਹਾਨੂੰ ਇਹਦੇ 2-4 ਐਗਜ਼ਾਮਪਲ ਦਿੰਦਾ। ਮੈਂ ਹੁਣ ਅੱਜ ਤਾਂ ਇਹ ਗੱਲਾਂ ਕਰ ਰਿਹਾ ਕਿਉਂਕਿ ਹੁਣ ਇਲੈਕਸ਼ਨ ਨਹੀਂ ਰਹੀ ਜੀ, ਠੀਕ ਹੈ। ਇਲੈਕਸ਼ਨ ਤੁਸੀਂ ਬੋਲੋ, ਲੋਕ ਕਹਿੰਦੇ ਨੇ ਵੋਟਾਂ ਪਿੱਛੇ ਬੋਲਦੇ ਪਏ ਨੇ ਜੀ। ਦੇਖੋ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਵਿੱਤਰ ਸਥਾਨ ਜਿਹੜਾ ਹੈ ਉਹਦਾ ਡਿਮੋਲਿਸ਼ ਹੋਣਾ ਜੀ, ਉੱਥੇ ਪਿਆਊ ਨੂੰ ਢਾਹ ਦੇਣਾ ਔਰ ਸਰਕਾਰ ਇਹ ਲਿਖ ਕੇ ਕਵੇ ਕਿ ਇਹ ਸੜਕ ਦਾ obstruction ਬਣਦੀ ਪਈ ਆ, ਕਿੱਡਾ ਵੱਡਾ ਸ਼ਰਮ ਦੀ ਗੱਲ ਆ ਕਿ ਉਹ ਇਤਿਹਾਸਿਕ ਥਾਂ ਔਰ ਉਹ ਹੈਰੀਟੇਜ ਪ੍ਰੋਪਰਟੀ ਔਰ ਹੈਰੀਟੇਜ 'ਚ ਉਹਦਾ ਨਾਮ। ਉਹਦੇ ਬਾਅਦ ਫਿਰ ਹਾਈ ਕੋਰਟ 'ਚ ਅਸੀਂ ਜਾ ਕੇ ਰੌਲਾ ਪਾਇਆ। ਚਲੋ, ਫਿਰ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਬੁੱਤ ਲੱਗਣਾ ਸੀਗਾ, ਉਹਦੀ ਪਰਮਿਸ਼ਨ ਅਸੀਂ ਕੇਂਦਰ ਸਰਕਾਰ ਤੋਂ ਲੈ ਕੇ ਕੇਂਦਰ ਸਰਕਾਰ ਤੋਂ ਇੱਕ ਪਲਾਟ ਲੈ ਲਿਆ ਪਾਰਕ ਦੇ ਅੰਦਰ, ਬਹੁਤ ਵੱਡਾ ਉਹਨਾਂ ਨੇ ਸਾਨੂੰ ਪਲਾਟ ਦੇ ਦਿੱਤਾ ਵੀ ਤੁਸੀਂ ਇਹਦੇ 'ਚ ਲਾ ਲਓ। ਉਹ ਪਾਰਕ ਜਿਹੜਾ ਸੀ ਤਕਰੀਬਨ 4-5 ਏਕੜ ਦਾ ਸੀਗਾ, ਅਸੀਂ ਅਡੋਪਟ ਵੀ ਕਰ ਲਿਆ। ਬਾਬਾ ਬਚਨ ਸਿੰਘ ਜੀ ਨੇ ਕਾਰ ਸੇਵਾ ਸ਼ੁਰੂ ਕਰਤੀ ਔਰ ਸਾਰੀ ਬੁੱਤ ਦੀ ਤਿਆਰੀ, ਪਲੇਟਫਾਰਮ ਬਣ ਗਏ। ਤੇ ਦਿੱਲੀ ਦੀ ਸਰਕਾਰ ਨੇ ਇਹ ਕਹਿ ਕੇ ਮਨਾ ਕਰਤਾ ਵੀ ਸਾਨੂੰ ਬੁੱਤ ਲਾਉਣ ਦੀ ਇਜਾਜ਼ਤ ਨਹੀਂ, ਅਸੀਂ ਕਿਸੇ ਦਾ ਬੁੱਤ ਨਹੀਂ ਲਗਾ ਸਕਦੇ, ਇਸ ਕਰਕੇ ਬੁੱਤ ਨਹੀਂ ਲੱਗੂਗਾ ਇੱਥੇ ਜੀ। ਤੇ ਉਹ ਰੁਕ ਗਿਆ। ਫਿਰ ਕੇਂਦਰ ਸਰਕਾਰ, ਫਿਰ ਪੰਜਾਬ ਸਰਕਾਰ ਦਾ ਇੱਕ ਜਗ੍ਹਾ ਹੈਗੀ ਸੀ ਉੱਥੇ ਨਵੀਂ ਦਿੱਲੀ ਦੇ ਅੰਦਰ, ਉੱਥੇ ਅਸੀਂ ਫਰੀਦਕੋਟ ਹਾਊਸ ਦੇ ਬਾਹਰ ਸੜਕ ਉੱਤੇ ਪੰਜਾਬ ਸਰਕਾਰ ਤੋਂ ਜਗ੍ਹਾ ਲੈ ਕੇ, ਉਸ ਵੇਲੇ ਬਾਦਲ ਸਾਹਿਬ ਦੀ ਸਰਕਾਰ ਸੀ, ਇੱਥੇ ਲੈ ਕੇ ਤੇ ਉਹਦੇ ਤੇ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਉੱਥੇ ਲਗਾਇਆ ਗਿਆ। ਔਰ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਇਹ ਦੇਖਿਆ ਕਿ ਬਹੁਤ ਵੱਡਾ ਮੁੱਦਾ ਭੱਗ ਗਿਆ, ਇਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ਤੇ ਪੁਲ ਰੱਖਣ ਦੀ ਗੱਲ ਕੀਤੀ।
ਲੇਕਿਨ ਉਹ ਅਨਾਊਂਸਮੈਂਟ ਤੇ ਕਰਤੀ, ਫਿਰ ਉਹਦਾ ਨਾਮ ਬਦਲਣ ਨੂੰ ਤਿਆਰ ਨਹੀਂ ਹੋ ਰਹੇ ਸੀ। ਫਿਰ ਮੈਂ ਜਾ ਕੇ ਬਾਰਾਂਪੁਲਾ ਜਿਹੜਾ ਨਾਮ ਸੀ ਉਹਦਾ, ਮੈਂ ਆਪ ਜਾ ਕੇ ਉੱਥੇ ਬੰਦੇ ਲੈ ਕੇ ਗਏ ਅਸੀਂ, ਔਰ ਆਪ ਜਾ ਕੇ ਪੇਂਟਰ ਲਾ ਕੇ ਔਰ ਸਾਰੇ ਉੱਥੇ ਬੋਰਡ ਲਵਾਏ। ਉਸ ਤੋਂ ਬਾਅਦ ਪੰਜਾਬੀ ਟੀਚਰਾਂ ਦੇ ਵਾਸਤੇ ਵੀ ਇਹਨਾਂ ਗੱਲ ਕਹੀ ਕਿ ਅਸੀਂ ਪੰਜਾਬੀ ਟੀਚਰਾਂ ਨਾਲ ਵੱਡੀਆਂ ਐਡ ਦਿੱਤੀਆਂ, ਲੇਕਿਨ ਸਾਰੇ ਸਕੂਲਾਂ 'ਚ ਪੰਜਾਬੀ ਅੱਜ ਬੰਦ ਕਰ ਦਿੱਤੀ ਆ। 450 ਟੀਚਰਾਂ ਜਿਹੜੀਆਂ ਐਗਜ਼ਿਸਟਿੰਗ ਸੀ ਉਹ ਵੀ ਹਟਾਤੀਆਂ, 1800 ਨਵੀਂ ਤੇ ਕੀ ਭਰਤੀ ਕਰਨੀਆਂ ਸੀ। ਹਰ ਮੰਤਰੀ ਦੇ ਨਾਲ ਇੱਕ ਕਲਰਕ ਹੁੰਦਾ ਸੀ ਪੰਜਾਬੀ ਦਾ, ਉਹ ਬੰਦ ਕਰ। ਉਸ ਮਾਨਸਿਕ ਤੌਰ ਤੇ ਉਹ ਜਿਹੜਾ ਉਹ ਐਂਟੀ ਉਹਨਾਂ ਦੀ ਸਿੱਖ ਸੋਚ ਆ। ਤੁਹਾਨੂੰ ਯਾਦ ਹੋਵੇ ਬਾਬਾ ਬੰਦਾ ਸਿੰਘ ਬਹਾਦਰ ਦਾ, ਤੇ ਉਹਨਾਂ ਨੇ ਕਿਹਾ ਕਿ ਅਸੀਂ ਬੁੱਤ ਨਹੀਂ ਲਾਵਾਂਗੇ ਜੀ, ਠੀਕ ਆ। ਤੁਹਾਨੂੰ ਮੈਂ ਯਾਦ ਕਰਾਉਣ ਲੱਗਾ, ਮੇਰੀ ਗੱਲ ਨੀਲਪ੍ਰਿੰਦਰ ਜੀ ਗਲਤ ਹੋਵੇ ਤੇ ਮੈਨੂੰ ਜ਼ਰੂਰ ਸਵਾਲ ਕਰਿਓ ਜੇ ਜੀ। ਤੇ ਦੂਜੇ ਪਾਸੇ ਪੰਜਾਬ 'ਚ ਆ ਕੇ ਤੁਹਾਨੂੰ ਯਾਦ ਆ ਉਹਨਾਂ ਨੇ ਕਿਹਦੇ ਬੁੱਤ ਲਾਉਣ ਦੀ ਗੱਲ ਕੀਤੀ ਸੀ? ਨਿਰੰਕਾਰੀ ਬਾਬੇ ਦੇ ਜੀ, ਨਿਰੰਕਾਰੀ ਬਾਬੇ ਦੇ ਜੀ, ਬਿਲਕੁਲ ਲਗਾਉਣ ਦੀ ਗੱਲ ਕੀਤੀ। ਯਾਦ ਆ ਤੁਹਾਡੇ ਜੀ? ਬਿਲਕੁਲ। ਕੀ ਕਾਰਨ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਹੈ ਜਿਹੜਾ ਇਹ ਪੋਲਰਾਈਜੇਸ਼ਨ ਹੈ ਵੋਟਾਂ ਦੀ? ਕੀ ਲੱਗਦਾ ਹੈ ਕਿ ਨਿਰੰਕਾਰੀ ਭਾਈਚਾਰੇ ਦੀ ਵੋਟ, ਸਮੁਦਾਇ ਦੀ ਵੋਟ ਜਾਂ ਹੋਰ ਜਿਹੜੀ ਵੋਟ ਹੈ ਉਹ ਜ਼ਿਆਦਾ ਉਹਨਾਂ ਨੂੰ ਇੰਪੋਰਟੈਂਟ ਲੱਗਣ ਲੱਗ ਪਈ ਹੈ? ਕੀ ਆਪਾਂ ਮੰਨੀਏ ਕਿ ਸਿੱਖ ਵੋਟ ਦੀ ਅਹਿਮੀਅਤ ਘਟਦੀ ਜਾ ਰਹੀ ਹੈ ਪੰਜਾਬ 'ਚ ਵੀ ਤੇ ਦਿੱਲੀ ਦੇ ਵਿੱਚ ਵੀ, ਜਿਹੜਾ ਆਮ ਆਦਮੀ ਪਾਰਟੀ ਇਗਨੋਰ ਕਰਕੇ ਚੱਲ ਰਹੀ ਹੈ? ਪ੍ਰੋਫੈਸਰ ਭੁੱਲਰ ਹੋਣਾ ਦੀ ਰਿਹਾਈ ਤੱਕ ਵੀ ਉਹਨਾਂ ਨੇ ਕੰਨ ਤੇ ਜੂੰ ਨਹੀਂ ਸਰਕੀ। ਨੀਲਪ੍ਰਿੰਦਰ ਜੀ, ਇਹਦੇ ਜ਼ਿੰਮੇਵਾਰ ਅਸੀਂ ਆਪ ਆ ਨਾ, ਕੋਈ ਨਹੀਂ ਹੈਗਾ ਇਹਦਾ ਜ਼ਿੰਮੇਵਾਰ ਜੀ। ਦੇਖੋ ਅਕਸਰ ਇਹ ਗੱਲ ਕਹੀ ਜਾਂਦੀ ਆ ਵੋਟਾਂ ਦੇ ਦੌਰਾਨ, ਅਕਸਰ ਹਰ ਪਾਰਟੀ ਗੱਲ ਕਹੀ, ਉਹ ਕਹਿੰਦੇ ਜੀ ਸਿੱਖ ਜਿਹੜੇ 3-4 ਧੜਿਆਂ 'ਚ ਵੰਡੇ, ਇਹਨਾਂ ਦੀ ਕੋਈ ਗੱਲ ਨਹੀਂ, ਕਿਹੜੀ ਵੋਟ ਜਿੰਨੀ ਉਹਨੂੰ ਪੈਣੀ ਉਨੀ ਸਾਨੂੰ ਪੈ ਜਾਣੀ ਆ ਜੀ। ਇਹ ਅਕਸਰ ਗੱਲ ਕਹੀ ਜਾਂਦੀ ਆ ਵੀ ਸਾਨੂੰ ਇਹ ਮੰਨਿਆ ਜਾਂਦਾ ਵੀ ਅਸੀਂ ਤਾਂ ਵੰਡੇ ਹੋਏ ਆ, ਇੱਕ ਦੂਜੇ ਨੂੰ ਅਸੀਂ ਡਾਂਗਾ ਸੋਟੇ ਮਾਰਨ ਵਾਲੇ ਲੋਕ ਜੀ। ਇਹ ਸਾਡੀ, ਮੈਂ ਕਹਿੰਦਾ ਹੈ ਕਿ ਜੋ ਮਰਜ਼ੀ ਕਹੋ, ਇਹ ਸਾਡੀ ਤਰਾਸਦੀ ਆ ਜੀ, ਬਹੁਤ ਵੱਡੀ ਕੌਮ ਦੀ ਤਰਾਸਦੀ ਆ ਕਿ ਸਾਡੇ ਬਾਰੇ 'ਚ ਇਹ ਲੋਕ ਕਹਿਣ ਇਹ ਜੀ ਵੰਡੇ ਹੋਏ ਨੇ, ਇਹਨਾਂ ਪਿੰਡਾਂ 'ਚ ਇਹਦੇ ਧੜੇ ਬਣੇ, ਇਹਨਾਂ ਨੇ 4-4 5-5 ਧੜੇ, ਕਿਸੇ ਨੇ ਇੱਕ ਨੇ ਉੱਧਰ ਜਾਣਾ, ਇਹਨਾਂ ਦੀ ਵੋਟ ਤੇ ਜਿੰਨੀ ਪੈਣੀ ਆਪਾਂ ਨੂੰ ਪੈਣੀ ਆ, ਇਹਨੂੰ ਤੁਸੀਂ ਵਧਾ ਘਟਾ ਨਹੀਂ ਸਕਦੇ। ਇਹ ਆਪਣੀ ਤਰਾਸਦੀ ਆ ਬਹੁਤ ਵੱਡੀ। ਦੂਜੇ ਪਾਸੇ ਕੋਈ ਡੇਰਾ, ਮੈਂ ਕਿਸੇ ਡੇਰੇ ਦੇ ਖਿਲਾਫ ਨਾਮ ਨਹੀਂ ਲੈ ਕੇ ਕਿਸੇ ਦੀ ਗੱਲ ਕਰ ਰਿਹਾ, ਪਰ ਮੈਂ ਇੱਕ ਜ਼ਰੂਰ ਕਹਿਣਾ ਚਾਹੁੰਦਾ ਹੈ ਕਿ ਕਿਉਂ ਉਹਨਾਂ ਦੀ ਗੱਲ ਸੁਣੀ ਜਾਂਦੀ ਆ। ਇਸ ਕਰਕੇ ਸੁਣੀ ਜਾਂਦੀ, ਉਹਨਾਂ ਨੂੰ ਪਤਾ ਇੱਕ ਮੁਸ਼ਤ ਵੋਟ ਪੈਣੀ ਆ, ਇਹ ਡੱਬਾ ਬੰਦ ਪੈਣੀ ਆ, ਸੀਲ ਬੰਦ ਵੋਟ ਪੈਣੀ ਸਾਨੂੰ। ਭਾਈ ਅਗਲਿਆਂ ਦੀ ਅੱਜ ਸੁਣਵਾਈ ਹੋਣ ਲੱਗ ਪਈ। ਕਿੱਥੇ ਸਾਡੀ ਕੌਮ ਦੀ ਸੁਣਵਾਈ ਹੁੰਦੀ ਸੀ? ਕਿੱਥੇ ਸਿੱਖ ਕੌਮ ਦੀ ਨੁਮਾਇੰਦਗੀ ਲੋਕ ਮੰਨਦੇ ਸੀਗੇ? ਕਿੱਥੇ ਸਿੱਖ ਕੌਮ ਦੇ ਡੱਬੇ 'ਚ ਬੈਠਿਆਂ ਹਰ ਆਦਮੀ ਮਹਿਸੂਸ ਕਰਦਾ ਸੀ ਸਿੱਖ ਬੈਠਾ ਹੈ, ਮੈਂ ਸੁਰੱਖਿਅਤ ਹਾਂ ਜੀ। ਕਿੱਥੇ ਸਿੱਖਾਂ ਦੀ ਗੱਲ ਦੇ ਪਿੱਛੇ ਵੱਡੀਆਂ ਸਰਕਾਰਾਂ ਜਿਹੜੀਆਂ ਸੀਗੀਆਂ ਉਹ ਪਾਣੀ ਭਰਦੀਆਂ ਸੀ ਵੀ ਇਹਨਾਂ ਨਾਲ ਆਪਾਂ ਉਲਝ ਨਹੀਂ ਸਕਦੇ। ਅੱਜ ਨੌਬਤ ਆ ਗਈ, ਅਸੀਂ ਵੰਡੇ ਇੰਨੇ ਜ਼ਿਆਦਾ ਗਏ ਹਾਂ। ਸੋ ਇਹਦਾ ਆਪਾਂ ਨੂੰ ਲਾਹਾ ਜਿਹੜਾ ਲੈਣ ਦੀ ਬਜਾਏ ਇਹਦਾ ਆਪਾਂ ਨੂੰ ਨੁਕਸਾਨ ਹੋ ਰਿਹਾ। ਆਪਾਂ ਕੌਮ ਦੇ ਕੀ ਮਸਲੇ ਹੱਲ ਕਰਾ ਸਕਾਂਗੇ ਜਦੋਂ ਆਪਾਂ ਆਪ ਹੀ, ਅੱਛਾ ਜਿਹੜੀ ਲੀਡਰਸ਼ਿਪ ਉਹ ਇੰਨੀ ਕਮਜ਼ੋਰ ਹੋ ਗਈ ਆ, ਹਰੇਕ ਨੂੰ ਆਪਣੀ ਚੀਜ਼ਾਂ ਨੇ। ਕਿਸੇ ਨੂੰ ਇਹ ਕਿ ਮੈਨੂੰ ਆਹ ਮਿਲ ਜਾਵੇ, ਕਿਸੇ ਨੂੰ ਇਹ ਮੇਰਾ ਮੰਤਰੀ ਪਦ ਬਚ ਜਾਵੇ, ਕਿਸੇ ਨੂੰ ਇਹ ਮੇਰੇ MP ਦੀ ਕੁਰਸੀ ਬਚ ਜਾਵੇ, ਕਿਸੇ ਨੂੰ ਇਹ ਕਿ ਮੇਰਾ ਅਲਾਇੰਸ ਰਹਿ ਜਾਵੇ, ਕਿਸੇ ਨੂੰ ਇਹ ਮੇਰਾ ਅਲਾਇੰਸ ਟੁੱਟ ਨਾ ਜਾਵੇ। ਸੋ ਹਰੇਕ ਦੀ, ਮੈਂ ਕਿਸੇ ਇੱਕ ਨੂੰ ਪਾਰਟੀਕੂਲਰ ਮਤਲਬ ਟਾਰਗੇਟ ਕਰਕੇ ਨਹੀਂ ਕਹਿ ਰਿਹਾ, ਪਰ ਮੈਂ ਇੱਕ ਜਨਰਿਕ ਤੁਹਾਨੂੰ ਗੱਲ ਦੱਸ ਰਿਹਾ ਹਾਂ ਕਿ ਸਰਕਾਰਾਂ ਵੀ ਸਮਝਣ ਲੱਗ ਪਈਆਂ ਨੇ। ਵਰਨਾ ਤੁਸੀਂ ਦੇਖੋ, ਮੰਨ ਲਓ ਕੋਈ ਵੀ ਇੱਕ ਪਾਰਟੀ ਆ, ਉਹ ਸਟੈਂਡ ਦੇਵੇ, ਅਗਲਾ ਕਹਿੰਦਾ ਯਾਰ ਤੇਰਾ ਸਾਡੇ ਨਾਲ ਨਾਤਾ ਅੱਜ ਤੋਂ ਖਤਮ ਆ। ਜੇ ਦਵਿੰਦਰਪਾਲ ਭੁੱਲਰ ਅੱਜ ਕੱਲ੍ਹ ਜੇਲ੍ਹ ਚੋਂ ਨਹੀਂ ਨਿਕਲਿਆ ਤੇ ਭਾਈ ਤੂੰ ਸਮਝ ਲੈ ਅੱਜ ਤੋਂ ਬਾਅਦ ਅਸੀਂ ਤੇਰੇ ਨਾਲ ਸਾਡਾ ਨਾਤਾ ਖਤਮ ਆ। ਉਸ ਪੱਧਰ ਤੇ ਮਜਬੂਰ ਨਹੀਂ ਕਰ ਸਕੇ ਆਪਾਂ ਦਿੱਲੀ ਸਰਕਾਰ ਨੂੰ, ਚੋਣਾਂ ਤੋਂ ਪਹਿਲਾਂ ਨਹੀਂ ਕਰ ਸਕੇ ਨਾ, ਕਿਉਂਕਿ ਲੀਡਰਸ਼ਿਪ ਜਿਹੜੀ ਆ ਉੱਥੇ ਵੀ ਹੁਣ ਭਗਵੰਤ ਮਾਨ ਆ। ਦੇਖੋ ਮਾਫ ਕਰਨਾ, ਅੱਜ ਮੈਂ ਚੁਣਾਵ ਨਹੀਂ ਇਸ ਕਰਕੇ ਸਾਰੀਆਂ ਗੱਲਾਂ ਕਰ ਰਿਹਾ ਹਾਂ। ਬੜੀ ਅੱਛੀ ਕਮੇਟੀ, ਉਹ ਸਭ ਤੇ ਕਮੇਟੀ ਕਰਦੇ ਆ, ਸਭ ਦੀ ਮਿਮਕਰੀ ਕਰਦੇ ਆ, ਪਰ ਅਰਵਿੰਦ ਕੇਜਰੀਵਾਲ ਵਰੋਂ ਕਿਉਂ ਚੁੱਪ ਰਹੇ? ਉਦਣ ਵੀ ਕਹਿੰਦੇ ਵੀ ਭਾਈ ਉਦੋਂ ਗੱਲ ਸੁਣਨ ਨੂੰ ਤਿਆਰ ਹੋ ਗਏ। ਦਵਿੰਦਰਪਾਲ ਭੁੱਲਰ ਦੇ ਪਰਿਵਾਰ ਅਗਰ ਗਿਆ, ਜਿਨ੍ਹਾਂ ਦੇ ਲੋਕ ਗਏ ਉਹਨਾਂ ਨਾਲ ਗੱਲ ਕਰਨ, ਉਹਨਾਂ ਦੀ ਗੱਲ ਵੀ ਨਹੀਂ ਸੁਣੀ ਉਹਨਾਂ ਨੇ, ਠੀਕ ਆ। ਪਰਿਵਾਰ ਅਗਰ ਉਹਨਾਂ ਦੀ ਗੱਲ ਕਰਨ ਗਿਆ ਤੇ ਗੱਲ ਤੱਕ ਨਹੀਂ ਸੁਣਨ ਨੂੰ ਤਿਆਰ ਹੋ ਰਹੀ ਸੀ। ਲੀਡਰਸ਼ਿਪ ਦੀ ਕਮਜ਼ੋਰੀ ਆ ਨਾ। ਹੁਣ ਦਿੱਲੀ ਦੇ ਅੰਦਰ MLA ਆ, ਭਾਈ ਸਾਹਿਬ ਅਸੀਂ MLA ਸੀਗੇ, ਅਸੀਂ BJP ਦੇ, ਉਦੋਂ ਵੀ BJP ਦੇ ਸਿੰਬਲ ਤੋਂ ਜਿੱਤਿਆ ਮੈਂ MLA ਸੀਗਾ, ਲੇਕਿਨ ਅਸੀਂ ਵਿਧਾਨ ਸਭਾ ਦੇ ਅੰਦਰ ਜੇਕਰ ਇਸ਼ੂ ਬਣੇ ਤੇ ਅਸੀਂ ਪਾਰਟੀ ਦੇ ਖਿਲਾਫ ਜਾ ਕੇ ਵੀ ਖੜੇ ਹੋ ਕੇ ਗੱਲ ਕਹੀ, ਯਾਰ ਆਪਣੀ ਗੱਲ ਕਰਾਂਗੇ। ਮੁਗਲ ਨਗਰ 'ਚ ਸਿੱਖ ਤੇ ਹਮਲਾ, ਯਾਰ ਆਪਣੀ ਗੱਲ ਕਰਾਂਗੇ, ਸਿੱਖ ਨਹੀਂ ਛੱਡਾਂਗੇ ਭਾਵੇਂ ਕੁਛ ਹੋ ਜਾਏ। ਕੀ ਹੈਗਾ, ਪਾਰਟੀਆਂ ਲੜਿਆ ਕੱਢ ਦੋ ਬਾਹਰ, ਲੇਕਿਨ ਇਹ ਥੋੜਾ ਕਿ ਤੁਸੀਂ ਸਾਡੇ ਸਿੱਖ ਤੇ ਹਮਲਾ ਕਰੋਗੇ ਅਸੀਂ ਚੁੱਪ ਰਵਾਂਗੇ ਜੀ। ਇੱਕ ਬੜਾ ਰੈਲੇਵੈਂਟ ਸਵਾਲ ਮੈਨੂੰ ਲੱਗ ਰਿਹਾ, ਕਿਉਂਕਿ ਤੁਸੀਂ ਦਿੱਲੀ ਵਿਧਾਨ ਸਭਾ ਦੀ ਗੱਲ ਤੇ ਆ ਗਏ ਹੋ, ਜਿੱਥੋਂ ਕਿ ਤੁਸੀਂ ਵੀ ਕਮਲ ਦੇ ਸਿੰਬਲ ਦੇ ਉੱਤੇ MLA, ਤੇ ਕੀ ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਆਮ ਆਦਮੀ ਪਾਰਟੀ ਦੇ ਜੋ ਜਿੱਤੇ ਹੋਏ ਸਿੱਖ ਭਾਈਚਾਰੇ ਦੇ MLA ਨੇ, ਕੀ ਉਹ ਇੰਨੇ ਕਮਜ਼ੋਰ ਨੇ ਕਿ ਉਹ ਕੈਬਨਿਟ ਤੱਕ ਨਹੀਂ ਪਹੁੰਚ ਪਾਏ? ਇੰਨਾ ਦਮ ਨਹੀਂ ਉਹਨਾਂ 'ਚ? ਇਸ ਤਰ੍ਹਾਂ ਇਹਨਾਂ ਦਾ ਇੱਕ ਸਾਬਕਾ MLA ਆ ਜੀ, ਮੈਂ ਉਹਦਾ ਨਾਮ ਲੈ ਕੇ ਅੱਜ ਗੱਲ ਕਰ ਰਿਹਾ ਕਿਉਂਕਿ ਮੈਂ ਪਹਿਲਾਂ ਕਦੀ ਨਾਮ ਲੈ ਕੇ ਗੱਲ ਤਾਂ ਨਹੀਂ ਕਰਦਾ। ਇਲੈਕਸ਼ਨਾਂ ਹੁੰਦੀਆਂ, ਇਲੈਕਸ਼ਨਾਂ ਦੇ ਦੌਰਾਨ ਲੋਕ ਸੋਚਦੇ ਨੇ। ਅੱਜ ਮੈਂ ਨਾਮ ਲੈ ਕੇ ਗੱਲ ਕਰ ਰਿਹਾ ਜਿਹੜੇ ਕਾਲਕਾ ਜੀ ਉਹਨਾਂ ਦੇ MLA ਨੇ ਉੱਥੋਂ, ਜਿਨ੍ਹਾਂ ਨੂੰ ਐਤਕੀ ਟਿਕਟ ਨਹੀਂ ਦਿੱਤੀ, ਅਵਤਾਰ ਸਿੰਘ ਕਾਲਕਾ,
ਉਹਨਾਂ ਨੇ ਖੁਦ ਮੈਨੂੰ 5 ਬੰਦੇ ਜਿਹੜੇ ਆਏ ਸੀ ਮੇਰੇ ਘਰ ਗੱਲਬਾਤ ਕਰਨ ਵਾਸਤੇ, ਖਹਿਰਾ ਸਾਹਿਬ ਦੀ ਰਿਹਾਈ ਵਾਸਤੇ, ਭੁੱਲਰ ਸਾਹਿਬ ਦੀ ਰਿਹਾਈ ਵਾਸਤੇ ਪਿਛਲੇ ਹਫ਼ਤੇ ਜੀ। ਔਰ ਉਹਨਾਂ ਦੀ ਪ੍ਰੈਜ਼ੈਂਸ 'ਚ ਉਹਨਾਂ ਨੇ ਗੱਲ ਕਹੀ ਮੈਨੂੰ ਕਿ ਜੀ ਸਾਨੂੰ ਤੇ ਕਈ MLA ਨੂੰ ਉਹ ਗਧਾ ਕਹਿ ਕੇ ਗੱਲ ਕਰਦਾ ਸੀ, ਗਧਾ, ਅਰੇ ਗਧੇ ਜੀ, ਠੀਕ ਆ, ਸਿੱਖ MLA ਉਹਨਾਂ ਨੇ ਮੈਨੂੰ, ਹਾਂ MLA ਨੂੰ ਉਹਨਾਂ ਨੇ ਮੈਨੂੰ ਕਿਹਾ ਕਿ ਯਾਰ ਸਾਡੇ MLA ਨੂੰ ਮਤਲਬ ਜੀ ਹੈ ਜੀ, ਮੈਂ ਸੌਰੀ ਤੁਹਾਡੀ ਗੱਲ ਨਹੀਂ ਸੁਣ ਸਕਿਆ। ਮੈਂ ਕਿਹਾ ਕਿਸੇ ਵੀ MLA ਨੂੰ ਮਤਲਬ ਇਸ ਰੱਖਦੇ ਨੇ, MLA ਨੂੰ ਗਧਾ ਕਹਿ ਕੇ ਗੱਲ ਕਰਦਾ ਸੀ ਕਹਿੰਦੇ ਜੀ ਉਹ, ਠੀਕ ਆ। ਉਹ ਮੈਨੂੰ ਆਪ ਉਹਨਾਂ ਗੱਲ ਕਹੀ, ਉਹ ਮੈਨੂੰ ਕਿਹਾ ਜਰਨੈਲ ਦੀ ਗੱਲ ਹੋਈ, ਕਹਿੰਦੇ ਜੀ ਦੇਖੋ ਜਰਨੈਲ ਨਾਲ ਕੀ ਕੀਤਾ ਔਰ ਇਹ ਸਾਰਾ ਕੁਝ ਜਿਹੜਾ ਕਰਾਇਆ ਇਹ ਦੂਜੇ ਜਰਨੈਲ ਨੇ ਕਰਾਇਆ। ਮੈਂ ਕਿਹਾ ਬਾਈ ਉਹਦਾ ਕੀ ਕਸੂਰ ਆ ਬਾਈ, ਤੁਸੀਂ ਅਰਵਿੰਦ ਕੇਜਰੀਵਾਲ ਦਾ ਕਸੂਰ ਕਿਉਂ ਕੱਢਦੇ ਜੀ? ਕਸੂਰ ਤੇ ਹੈਗਾ ਫਿਰ ਜਰਨੈਲ ਦਾ ਜਿਹੜਾ ਚੁੱਪ ਰਿਹਾ ਜੀ। ਬਈ ਹਰ ਨੇਤਾ ਵਰਤਦਾ ਹੀ ਇੱਕ ਦੂਜੇ ਨੂੰ, ਉਹਨੇ ਵਰਤਿਆ ਤੇ ਠੀਕ ਆ, ਵਰਤਿਆ ਤੇ ਇਹ ਗਿਆ ਨਾ ਜੀ। ਸੋ ਤੁਸੀਂ ਇਹ ਦੇਖੋ ਕਿ ਉੱਥੇ ਇਹਨਾਂ ਲੋਕਾਂ ਦੀ ਇੰਨੀ ਹਿੰਮਤ ਨਹੀਂ, ਵਰਨਾ ਸਿੱਖ MLA ਹੋ ਗਏ, ਸਿੱਖ MLA ਦਾ ਅਧਿਕਾਰ ਸੀਗਾ ਮੰਤਰੀ ਬਣਨਾ। ਅਸੀਂ ਵੀ ਰੌਲਾ ਪਾਉਂਦੇ ਸੀ ਬਈ ਸਾਡਾ ਅਧਿਕਾਰ ਨਾ ਤੋੜੋ। ਇੱਕ ਹੁੰਦਾ ਕੀ ਹੈ ਭਾਜੀ, ਇੱਕ ਨਾ ਓਲਾ ਬਣਿਆ ਹੁੰਦਾ, ਜਿਵੇਂ ਪੁਰਾਣੇ ਟਾਈਮ ਨੂੰ ਓਲਾ ਬਣਿਆ ਸੀ ਵੀ ਯਾਰ ਸਿੱਖ ਮੰਤਰੀ ਬਣਾ, ਆਪਾਂ ਕੰਮ ਨਹੀਂ ਚੱਲ ਸਕਦਾ ਦਿੱਲੀ 'ਚ, ਠੀਕ ਆ। ਉਹ ਓਲਾ ਵੀ ਆ ਕੇ ਨੇ ਤੋੜਤਾ। ਬਈ ਮੈਂ ਕਹਿੰਦਾ ਭਾਵੇਂ ਕਾਂਗਰਸ ਸੀ, ਭਾਵੇਂ ਸ਼ੀਲਾ ਦੀਕਸ਼ਿਤ ਇੱਥੇ ਰਹੀ, ਭਾਵੇਂ ਜੈ ਪ੍ਰਕਾਸ਼ ਇੱਥੇ ਰਹੇ, ਭਾਵੇਂ ਆਪਣੇ ਕੀ ਨਾਮ ਸੀ ਉਹਨਾਂ ਦਾ, ਮਦਨ ਲਾਲ ਖੁਰਾਣਾ ਜੀ ਰਹੇ, ਚਾਹੇ ਸੈਰ ਸਿੰਘ ਵਰਮਾ ਜੀ ਰਹੇ, ਸੁਸ਼ਮਾ, ਕਿੰਨੇ ਮੁੱਖ ਮੰਤਰੀ ਰਹੇ, ਪਰ ਕਿਸੇ ਨੇ ਸਿੱਖ ਮੰਤਰੀ ਤੋਂ ਬਿਨਾਂ ਕੈਬਨਿਟ ਨਹੀਂ ਬਣਾਈ ਸੀ। ਸਿੱਖ ਨੂੰ ਇਗਨੋਰ ਨਹੀਂ ਕਰ ਸਕਿਆ ਸੀ ਕੋਈ ਵੀ ਸਰਕਾਰ ਦਿੱਲੀ ਦੀ ਹੁਣ ਤੱਕ। ਮੈਂ ਕਹਿੰਦਾ ਹਾਂ ਕੋਈ ਕਾਰਨ ਤੋਂ ਕਹਿ ਲਓ, ਭਾਵੇਂ ਓਲਾ ਹੀ ਸੀ ਸਾਡਾ, ਪਰ ਸਾਨੂੰ ਇਗਨੋਰ ਨਹੀਂ ਕੀਤਾ ਸੀਗਾ। ਲੇਕਿਨ ਇਹ ਆ ਕੇ ਇਹਨਾਂ ਦੀ ਦਲੇਰੀ ਦੇਖੋ, ਇਹਨਾਂ ਦੀ ਮੈਂ ਕਹਿੰਦਾ ਮਤਲਬ ਅਹੰਕਾਰ ਦੇਖੋ, ਇਹਨਾਂ ਦੀ ਉਹ ਕੌਨਫੀਡੈਂਸ ਦੇਖੋ ਕਿ ਯਾਰ ਅਸੀਂ ਬਣਾਵਾਂਗੇ ਵੀ ਨਹੀਂ ਫਿਰ ਵੀ ਵੋਟਾਂ ਲਵਾਂਗੇ। ਦੱਸੋ ਯਾਰ, ਪਰ ਸਾਡੇ ਪੰਜਾਬੀਆਂ ਦਾ ਦੇਖੋ ਨਾ ਹਾਲ। ਪਰ ਦਿੱਲੀ 'ਚ ਸਿੱਖ ਵਸੋਂ ਹੈ, ਜਿੰਨੀ ਸਿੱਖ ਵੋਟ ਹੈ, ਮੇਰੇ ਖਿਆਲ 'ਚ ਇਗਨੋਰ ਕਰਨਾ ਬਣਦਾ ਵੀ ਨਹੀਂ ਹੈਗਾ ਰਾਜਨੀਤਿਕ ਤੌਰ ਤੇ ਅਰਵਿੰਦ ਕੇਜਰੀਵਾਲ ਵਾਸਤੇ। ਉਹਨਾਂ ਕਰਨ ਜਦੋਂ ਉਹਨਾਂ ਨੂੰ ਪਤਾ ਕਿ ਸਾਨੂੰ ਲੋੜ ਹੀ ਨਹੀਂ ਪੈਂਦੀ ਇਹਨਾਂ ਦੀ, ਅਗਲੇ ਸਾਡੇ ਪਿੱਛੇ ਭੱਜੇ ਫਿਰਦੇ ਆ। ਬਈ ਇੱਕ ਗੱਲ ਦੱਸੋ, ਕਦੀ ਵੀ ਕੋਈ ਆਦਮੀ ਜਦੋਂ ਜਿਹੜੇ ਲਾਣਾ ਪਿੱਛੇ ਤੁਰਿਆ ਫਿਰਦਾ ਏ, ਉਹਨੂੰ ਕਦੀ ਕੋਈ ਮੁੜ ਕੇ ਵੇਖਦਾ ਹੈ, ਉਹਦੇ ਪਿੱਛੇ ਹੱਥ ਪੈਰ ਜੋੜਦਾ, ਭਾਈ ਤੂੰ ਆ ਜਾ ਨਾਲ। ਉਹ ਕਹਿੰਦਾ ਪਿੱਛੇ ਤੇ ਤੁਰਿਆ ਆਉਂਦੇ ਵੀ ਹੁਣ ਮੈਨੂੰ ਹੱਥ ਥੋੜਾ ਜੋੜੂਗਾ ਹੁਣ ਜੀ। ਉਹਦੇ ਸਿੱਧਾ ਮੂੰਹ ਕਰਕੇ ਤੁਰਿਆ ਜਾਂਦਾ, ਚਲੋ ਲਾਣਾ ਪਿੱਛੇ ਤੁਰਿਆ ਜਾਵੇ। ਕਦੀ ਪਿੱਛੇ ਮੁੜ ਕੇ ਦੇਖਿਆ ਕਿਸੇ ਬੰਦੇ ਨੇ ਕਿ ਭਾਈ ਨਾ ਐ ਨਾ ਕਰੋ, ਆਜੋ? ਕਦੋਂ ਕਹਿੰਦੇ ਆ, ਮੂੰਹ ਬਣਾ ਕਰਕੇ ਤੁਰ ਪੈਂਦੇ ਨੇ ਦੂਜੇ ਪਾਸੇ ਨੂੰ। ਜਦੋਂ ਅਗਲੇ ਨੂੰ ਪਤਾ ਹੈ ਵੀ ਅਸੀਂ ਬਣਾਉਂਦੇ ਵੀ ਕੁਛ ਨਹੀਂ, ਸਾਡੇ ਪਿੱਛੇ ਫੇਰ ਵੀ ਤੁਰੇ ਫਿਰਦੇ ਨੇ, ਤੇ ਉਹ ਕਿਉਂ ਬਣਾਉਣਗੇ? ਬਿਲਕੁਲ ਬਣਾਇਆ ਨਾ ਮੁਸਲਮਾਨ ਇੱਥੇ ਦਿੱਲੀ 'ਚ, ਬਣਾ ਰੱਖਿਆ ਮੁਸਲਮਾਨ, ਕਿਉਂਕਿ ਪਤਾ ਹੈ ਗੱਲ ਨੂੰ ਆਉਣਗੇ। ਦਲਿਤ ਚਿਹਰਾ ਬਣਾਇਆ ਹੈ, ਪਤਾ ਹੈ ਗੱਲ ਨੂੰ ਆਉਣਗੇ। ਅਗਰਵਾਲ ਬਣਾਇਆ ਹੈ, ਪਤਾ ਛੱਡ ਕੇ ਭੱਜ ਜਾਣਗੇ ਸ਼ਾਮ ਨੂੰ। ਕਿਉਂ ਨਹੀਂ ਬਣਾਇਆ? ਜਾਟ ਬਣਾਇਆ ਹੈ, ਪਤਾ ਨਹੀਂ ਆਉਣਗੇ ਲੱਗੇ। ਸਾਡਾ ਸਿੱਖ ਦੀ ਕੀ ਲੋੜ ਆ? ਕਹਿੰਦਾ ਲੋੜ ਹੀ ਨਹੀਂ, ਇਹ ਤੇ ਪਿੱਛੇ ਹੀ ਨੇ ਆਪਣੇ, ਇਹਨਾਂ ਤੋਂ ਕੀ ਕਰਾਉਣਾ। ਬਹੁਤ ਸ਼ੁਕਰੀਆ ਮਨਜਿੰਦਰ ਸਿੰਘ ਸਿਰਸਾ ਜੀ। ਵੈਸੇ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਦੀ ਆਪਾਂ ਗੱਲ ਸ਼ੁਰੂ ਕੀਤੀ ਆ, ਉਮੀਦ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਰਿਹਾਈ ਆ, ਜਿਹੜੀ ਸੰਪੂਰਨ ਰਿਹਾਈ ਹੈ, ਉਹ ਅੱਜ ਜਿਹੜੀ ਦਿੱਲੀ ਦੀ ਜਿਹੜੀ ਕਮੇਟੀ ਦੀ ਮੀਟਿੰਗ ਹੈ ਉਹਦੀ ਉਸ ਤੋਂ ਬਾਅਦ ਉਹ ਸੰਭਵ ਹੋ ਜਾਏਗੀ, ਕਿਉਂਕਿ ਬਹੁਤ ਸਮੇਂ ਤੋਂ ਉਹ ਆਪਣੀ ਸਜ਼ਾ ਵੀ ਪੂਰੀ ਕਰ ਚੁੱਕੇ ਨੇ ਤੇ ਕੇਂਦਰ ਸਰਕਾਰ ਵੱਲੋਂ ਉਹਨਾਂ ਦੀ ਰਿਹਾਈ ਦੀ ਹਰੀ ਝੰਡੀ ਕਦੋਂ ਦੀ ਦਿੱਤੀ ਜਾ ਚੁੱਕੀ ਹੈ। ਸਾਡੇ ਨਾਲ ਜੁੜਨ ਵਾਸਤੇ ਬਹੁਤ ਸ਼ੁਕਰੀਆ।